ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ, ਕਿਹਾ ਸਭ ਕੁਝ ਠੀਕ ਰਿਹਾ ਤਾਂ ਗਰਮੀਆਂ ਤੱਕ ਮੁੜ ਤੋਂ ਟਰੈਵਲ ਕਰ ਸਕਣਗੇ ਕੈਨੇਡਾ ਵਾਸੀ। ਇਸ ਦੌਰਾਨ ਵੈਕਸੀਨ ਪਾਸਪੋਰਟ ਦਾ ਵੀ ਪ੍ਰਧਾਨ ਮੰਤਰੀ ਨੇ ਕੀਤਾ ਜ਼ਿਕਰ। ਟੋਰਾਂਟੋ ਦੇ ਇੱਕ ਕੁਆਰੰਟਾਈਨ ਸੰਬੰਧੀ ਹੋਟਲ ਵਿੱਚ ਫੈਲਿਆ ਕੋਵਿਡ-19 ਤਾਂ ਅਧਿਕਾਰੀਆਂ ਨੇ ਹੋਟਲ ਬੰਦ ਕਰਨ ਤੋਂ ਕੀਤਾ ਇਨਕਾਰ। ਖਬਰਾਂ ਵਿੱਚ ਦੱਸਾਂਗੇ ਕੀ ਹੈ ਪੂਰਾ ਮਾਮਲਾ। ਐਲਬਰਟਾ ਸਰਕਾਰ ਨੇ ਸਿਹਤ ਸੰਬੰਧੀ ਹਦਾਇਤਾਂ ਕੀਤੀਆਂ ਹੋਰ ਸਖਤ, ਦਵਾਂਗੇ ਇਸ ਦੇ ਬਾਰੇ ਪੂਰੀ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਜਾਣਕਾਰੀ, ਇੱਕ ਸਰਵੇਖਣ ਵਿੱਚ ਭਾਗ ਲੈਣ ਲਈ ਕਿਹਾ ਗਿਆ। ਵੈਨਕੂਵਰ ਵਿੱਚ ਹੁਣ ਕਿੱਥੇ ਨਹੀਂ ਹੋਵੇਗੀ ਮੁਫਤ ਪਾਰਕਿੰਗ, ਦੱਸਾਂਗੇ ਖਬਰਾਂ ਵਿੱਚ। ਇਮੀਗ੍ਰੇਸ਼ਨ ਵਿਭਾਗ ਵੱਲੋਂ 90,000 ਵਿਅਕਤੀਆਂ ਨੂੰ ਪੱਕੇ ਕੀਤੇ ਜਾਣ ਦੇ ਪ੍ਰੋਗਰਾਮ ਨੂੰ ਖੋਲ੍ਹਣ ਦਾ ਦੱਸਿਆ ਗਿਆ ਸਮਾਂ। ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਕੱਢਿਆ ਇੱਕ PNP ਦਾ ਤਾਜ਼ਾ ਡਰਾਅ, ਦੱਸਾਂਗੇ ਇਸ ਦੇ ਬਾਰੇ ਜਾਣਕਾਰੀ। ਇਸ ਤਰ੍ਹਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੂੰ ਟਰੈਵਲ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਗਰਮੀਆਂ ਤੱਕ ਕੈਨੇਡਾ ਵਾਸੀ ਮੁੜ ਤੋਂ ਟਰੈਵਲ ਕਰ ਸਕਣਗੇ। ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਜ਼ਿਕਰ ਕੀਤਾ ਤਾਂ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ, ਅੱਗੇ ਗੱਲਬਾਤ ਕੀਤੀ ਜਾਵੇਗੀ ਕਿ ਵੈਕਸੀਨ ਪਾਸਪੋਰਟ ਨੂੰ ਲੈ ਕੇ, ਯਾਨੀ ਕਿ ਜਿਨ੍ਹਾਂ ਨੇ ਆਪਣਾ ਟੀਕਾ ਲਗਵਾ ਲਿਆ ਕੋਵਿਡ-19 ਦਾ, ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦਾ ਕੋਈ ਸਬੂਤ ਹੋਵੇਗਾ ਤੇ ਉਹ ਦਿਖਾ ਸਕਣਗੇ ਤੇ ਸੁਖਾਲੇ ਤਰੀਕੇ ਨਾਲ ਫਿਰ ਉਹ ਟਰੈਵਲ ਕਰ ਸਕਣਗੇ। ਇਸ ਬਾਰੇ ਉਹਨਾਂ ਨੇ ਜ਼ਿਕਰ ਕੀਤਾ। ਇੱਥੇ ਜ਼ਿਕਰਯੋਗ ਹੈ ਵੈਕਸੀਨ ਪਾਸਪੋਰਟ ਦਾ ਵਾਰ-ਵਾਰ ਜ਼ਿਕਰ ਹੋ ਰਿਹਾ, ਅਧਿਕਾਰੀਆਂ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਤੇ ਉਧਰ ਕੈਨੇਡਾ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਕਿਹਾ ਗਿਆ ਹੈ ਕਿ ਉਹ ਗੱਲਬਾਤ ਤੇ ਕੰਮ ਇਸ ਦੇ ਉੱਤੇ ਜਾਰੀ ਰੱਖ ਰਹੇ ਨੇ, ਵਿਚਾਰ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਨੂੰ ਲੈ ਕੇ ਕੋਈ ਸਪਸ਼ਟ ਇਸ ਦੇ ਬਾਰੇ ਜਾਣਕਾਰੀ ਤਾਂ ਜਾਰੀ ਨਹੀਂ ਕੀਤੀ ਗਈ, ਪਰ ਇਹ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾ ਲਏ ਹੋਣ ਉਹਨਾਂ ਦੇ ਵਾਸਤੇ ਜੋ ਟਰੈਵਲ ਨੂੰ ਇਜਾਜ਼ਤ ਮਿਲੇ। But yes, as I said, we are looking at requirements around vaccination on international travel, and we will, as much as possible, align with partners and allies on these issues. ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਗੇ ਹੈ ਕਿ ਟੋਰਾਂਟੋ ਦੇ ਵਿੱਚ ਇੱਕ ਹੋਟਲ ਜਿੱਥੇ ਕਿ ਕੁਆਰੰਟਾਈਨ ਕੀਤਾ ਜਾਂਦਾ ਹੈ ਉਸ ਦੇ ਵਿੱਚ ਕੋਵਿਡ-19 ਫੈਲ ਗਿਆ। ਕੋਵਿਡ-19 ਦੇ ਉੱਥੇ 13 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਇਸ ਆਊਟਬ੍ਰੇਕ ਦੇ ਬਾਰੇ ਅਧਿਕਾਰੀਆਂ ਨੇ ਜਦੋਂ ਜਾਣਕਾਰੀ ਦਿੱਤੀ ਤਾਂ ਇੱਥੇ ਸਵਾਲ ਸਾਹਮਣੇ ਆਏ ਕਿ ਜਿਵੇਂ ਕਿ ਓਨਟਾਰੀਓ ਦੇ ਵਿੱਚ ਇਸ ਸਮੇਂ ਹਦਾਇਤ ਹੈ ਕਿ ਜਿਹੜੇ ਵੀ ਬਿਜ਼ਨਸ ਦੇ ਵਿੱਚ ਆਊਟਬ੍ਰੇਕ ਹੋ ਜਾਵੇ ਤੇ 5 ਤੋਂ ਜ਼ਿਆਦਾ ਕੋਵਿਡ-19 ਦੇ ਮਾਮਲੇ ਸਾਹਮਣੇ ਆ ਜਾਣ ਤਾਂ ਉਸ ਬਿਜ਼ਨਸ ਨੂੰ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਂਦਾ ਹੈ। ਪਰ ਟੋਰਾਂਟੋ ਦੇ ਵਿੱਚ ਜੋ ਕੁਆਰੰਟਾਈਨ ਦਾ ਹੋਟਲ ਹੈ, ਕਰਾਊਨ ਪਲਾਜ਼ਾ ਟੋਰਾਂਟੋ 에ਅਰਪੋਰਟ ਹੋਟਲਸ ਦਾ ਨਾਮ ਦੱਸਿਆ ਗਿਆ, ਜੋ ਕਿ ਹਾਈਵੇ 27 ਦੇ ਉੱਤੇ ਹੈ ਤੇ ਡਿਕਸਨ ਰੋਡ ਦੇ ਖੇਤਰ ਦੇ ਵਿੱਚ ਹੈ, ਜਿਸ ਦੇ ਬਾਰੇ ਸਵਾਲ ਉੱਠੇ ਕਿ ਉਸ ਨੂੰ ਬੰਦ ਕਿਉਂ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਵਾਬ ਦਿੱਤਾ ਹੈ ਕਿ ਇਹ ਹੋਟਲ ਹੈ ਜੋ ਕੁਆਰੰਟਾਈਨ ਨਾਲ ਸੰਬੰਧਿਤ ਹੈ, ਜਿਸ ਕਰਕੇ ਟੋਰਾਂਟੋ ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਬੇहद ਜ਼ਰੂਰੀ ਹੈ ਕਿ ਲੋਕ 3 ਦਿਨ ਦੇ ਵਾਸਤੇ ਕੁਆਰੰਟਾਈਨ ਜ਼ਰੂਰ ਕਰਨ ਤੇ ਉਸ ਸਰਵਿਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ, ਜਿਸ ਕਰਕੇ ਉਸ ਹੋਟਲ ਨੂੰ ਬੰਦ ਨਹੀਂ ਕੀਤਾ ਜਾਵੇਗਾ। ਪਰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਜ਼ਰੂਰ ਧਿਆਨ ਦਿੱਤਾ ਜਾ ਰਿਹਾ ਹੈ ਕਿ ਕਿਵੇਂ ਉੱਥੇ ਸੈਨੀਟਾਈਜ਼ੇਸ਼ਨ ਹੋਵੇ ਤੇ ਨਾਲ ਹੀ ਜੋ ਸਟਾਫ ਮੈਂਬਰ ਨੇ ਕੋਵਿਡ-19 ਤੋਂ ਪੋਜ਼ਿਟਿਵ ਪਾਏ ਗਏ ਨੇ ਉਹ ਉੱਥੇ ਕੰਮ ਦੇ ਉੱਤੇ ਉਦੋਂ ਤੱਕ ਨਾ ਆਉਣ ਜਦ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ। ਇਸ ਤਰ੍ਹਾਂ ਜਿਵੇਂ ਤੁਹਾਨੂੰ ਕੱਲ ਦੱਸਿਆ ਸੀ ਕਿ ਐਲਬਰਟਾ ਸਰਕਾਰ ਦੇ ਵੱਲੋਂ ਅੱਜ ਐਲਾਨ ਕੀਤਾ ਜਾਣਾ ਹੈ ਕਿ ਮੁੜ ਤੋਂ ਸਖਤ ਹਦਾਇਤਾਂ ਹੋਰ ਜ਼ਿਆਦਾ ਕੀਤੀਆਂ ਜਾ ਰਹੀਆਂ ਨੇ, ਤਾਂ ਪ੍ਰੀਮੀਅਰ ਜੇਸਨ ਕੇਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸਦੇ ਹਾਂ ਕਿ ਹੁਣ ਹੋਰ ਕਿਹੜੀ ਸਖਤੀ ਕਰ ਦਿੱਤੀ ਗਈ ਹੈ। ਐਲਬਰਟਾ ਸਰਕਾਰ ਦੇ ਵੱਲੋਂ ਸਿਹਤ ਸੰਬੰਧੀ ਹਦਾਇਤਾਂ ਨੂੰ ਹੋਰ ਜ਼ਿਆਦਾ ਸਖਤ ਕਰ ਦਿੱਤਾ ਗਿਆ, ਜਿਸ ਦੇ ਵਿੱਚ ਕੁਝ ਹਦਾਇਤਾਂ ਲਗਾਈਆਂ ਗਈਆਂ ਨੇ ਜੋ ਵੱਖੋ-ਵੱਖਰੇ ਸਮੇਂ ਤੋਂ ਲਾਗੂ ਹੋ ਰਹੀਆਂ ਨੇ, ਜਿਸ ਦੇ ਵਿੱਚ ਸ਼ੁੱਕਰਵਾਰ ਤੋਂ ਉਹ ਵਿਦਿਆਰਥੀ ਜਿਹੜੇ ਕਿੰਡਰਗਾਰਟਨ ਤੋਂ 12ਵੀਂ ਜਮਾਤ ਤੱਕ ਦੇ ਨੇ ਆਰਜ਼ੀ ਤੌਰ ਦੇ ਉੱਤੇ ਫਿਰ ਤੋਂ ਉਹਨਾਂ ਨੂੰ ਘਰ ਤੋਂ ਹੀ ਪੜ੍ਹਾਈ ਕਰਨੀ ਪਵੇਗੀ, ਜੋ ਕਿ 25 ਮਈ ਤੱਕ ਲਾਗੂ ਰਹੇਗਾ। ਇਸ ਦੌਰਾਨ ਡਿਸੇਬਿਲਿਟੀਜ਼ ਦੇ ਕਰਕੇ ਜਿਹੜੇ ਵਿਦਿਆਰਥੀ ਘਰ ਤੋਂ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਦੇ ਵਾਸਤੇ ਛੋਟ ਹੈ। ਇਸ ਦੌਰਾਨ ਐਲਬਰਟਾ ਦੇ ਕਈ ਸਕੂਲ ਪਹਿਲਾਂ ਹੀ ਆਨਲਾਈਨ ਪੜ੍ਹਾਈ ਇਸ ਸਮੇਂ ਕਰਵਾ ਰਹੇ ਨੇ। ਇਸ ਦੌਰਾਨ ਪ੍ਰੀਮੀਅਰ ਜੇਸਨ ਕੇਨੀ ਨੇ ਕਿਹਾ ਕਿ ਜਿਹੜੇ ਵੀ ਰੀਟੇਲ ਦੇ ਵਪਾਰ ਨੇ ਉੱਥੇ 10% ਤੱਕ ਹੀ ਗ੍ਰਾਹਕਾਂ ਦੀ ਗਿਣਤੀ ਹੁਣ ਮੌਜੂਦ ਹੋਵੇਗੀ। ਇਸ ਦੌਰਾਨ ਐਤਵਾਰ ਅੱਧੀ ਰਾਤ ਤੋਂ ਲਾਗੂ ਹੋ ਰਿਹਾ ਹੈ ਕਿ ਰੈਸਟੋਰੈਂਟ ਤੇ ਬਾਰ ਜਿਨ੍ਹਾਂ ਦੇ ਵੱਲੋਂ ਹੁਣ ਤੱਕ ਪੈਟੀਓ ਵੀ ਖੋਲੇ ਜਾ ਰਹੇ ਸਨ ਉਹ ਵੀ ਬੰਦ ਹੋਣਗੇ, ਸਿਰਫ ਟੇਕ ਆਊਟ ਜਾਂ ਡਿਲੀਵਰੀ ਹੀ ਕੀਤੀ ਜਾ ਸਕੇਗੀ। ਇਸ ਦੌਰਾਨ ਜਿਹੜੀਆਂ ਨਿੱਜੀ ਸਰਵਿਸਿਜ਼ ਨੇ ਜਿਵੇਂ ਕਿ ਹੇਅਰ ਸੈਲੂਨ, ਟੈਟੂ ਸਟੂਡੀਓ, ਟੈਨਿੰਗ ਸੈਲੂਨ ਤੇ ਨੇਲ ਸੈਲੂਨ ਇਹ ਵੀ ਬੰਦ ਕੀਤੇ ਜਾਣਗੇ ਅਗਲੇ 3 ਹਫ਼ਤੇ ਦੇ ਵਾਸਤੇ। ਪ੍ਰੀਮੀਅਰ ਨੇ ਖਾਸ ਤੌਰ ਤੇ ਇਹ ਵੀ ਕਿਹਾ ਕਿ ਜਿਹੜੀਆਂ ਧਾਰਮਿਕ ਥਾਵਾਂ ਨੇ ਉੱਥੇ ਹੁਣ ਗਿਣਤੀ 15% ਤੱਕ ਨਹੀਂ ਸਗੋਂ ਸਿਰਫ 15 ਵਿਅਕਤੀ ਹੀ
ਧਾਰਮਿਕ ਥਾਂ ਦੇ ਉੱਤੇ ਇੱਕ ਸਮੇਂ ਮੌਜੂਦ ਹੋ ਸਕਦੇ ਨੇ। ਇਸ ਦੇ ਨਾਲ ਹੀ ਜੇਕਰ ਕਿਸੇ ਦੀਆਂ ਅੰਤਮ ਰਸਮਾਂ ਨੇ ਤਾਂ ਉਸ ਦੇ ਵਿੱਚ 10 ਤੋਂ ਵੱਧ ਗਿਣਤੀ ਨਹੀਂ ਹੋਵੇਗੀ ਵਿਅਕਤੀਆਂ ਦੀ। ਜਿਹੜੇ ਕਿ ਬਾਹਰ ਇਕੱਠ ਕੀਤੇ ਜਾਣਗੇ ਉਸ ਦੇ ਵਿੱਚ ਗਿਣਤੀ 10 ਤੋਂ 5 ਕਰ ਦਿੱਤੀ ਗਈ ਹੈ। ਕੁਝ ਇਸ ਤਰ੍ਹਾਂ ਐਲਬਰਟਾ ਦੇ ਵਿੱਚ ਇਹ ਸਖਤ ਹਦਾਇਤਾਂ ਲਾਈਆਂ ਗਈਆਂ ਨੇ, ਜਿੱਥੇ ਕਿ ਮੰਗਲਵਾਰ ਨੂੰ 1743 ਕੋਵਿਡ-19 ਦੇ ਨਵੇਂ ਮਾਮਲੇ ਰਿਪੋਰਟ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 876 ਮਾਮਲੇ ਅਜਿਹੇ ਨੇ ਜੋ ਕਿ ਕੋਵਿਡ-19 ਦੇ ਵੱਖੋ-ਵੱਖਰੇ ਵੇਰੀਐਂਟਸ ਨਾਲ ਜੁੜੇ ਹੋਏ ਨੇ। ਮੰਗਲਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਐਲਬਰਟਾ ਦੇ ਵਿੱਚ ਕੋਵਿਡ-19 ਦੇ ਕਰਕੇ 9 ਹੋਰ ਮੌਤਾਂ ਹੋ ਚੁੱਕੀਆਂ ਨੇ। The following measures will take effect immediately and will be in place for at least 3 weeks. Workplaces with COVID-19 outbreaks will be mandated to close operations for 10 days, with exemptions for critical workplaces. All post-secondary institutions will move online. Retail services must limit consumer capacity to 10% of fire code capacity or a minimum of 5 customers. This includes both individual stores and common areas. Outdoor social gatherings, currently limited to 10 people, will now be limited to 5, with a strong recommendation that people limit such gatherings to no more than 2 family cohorts. Places of worship, currently limited to 15% capacity, will be limited to 15 people, as they were last spring. Sadly, funerals, currently limited to 20 people, will now be limited to 10. Effective at 11:59 p.m. on this coming Sunday, May the 9th, personal and wellness services, including hair salons, tattoo parlors, tanning salons, and nail salons, will close for the next 3 weeks. In-person dining at bars and restaurants, including outdoor patios, will have to close during the same period. They may be open for takeout only, and delivery, of course. ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਵਿੱਚ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਇੱਕ ਸਰਵੇਖਣ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਅਹਿਮ ਹੈ। ਦਰਅਸਲ ਕੋਵਿਡ-19 ਨੂੰ ਲੈ ਕੇ ਕੋਵਿਡ-19 ਦੇ ਦੌਰਾਨ ਕਿਹੋ ਜਿਹਾ ਜ਼ਿੰਦਗੀਆਂ ਦੇ ਉੱਤੇ ਪ੍ਰਭਾਵ ਪਿਆ, ਕੀ ਬਦਲਾਅ ਆਇਆ, ਤੇ ਇਸ ਦੌਰਾਨ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਕਿ ਪੁੱਛੇ ਜਾ ਰਹੇ ਨੇ, ਜੋ ਕਿ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਇੱਕ ਸਰਵੇਖਣ ਦੇ ਰਾਹੀਂ। ਪਿਛਲੇ ਸਾਲ ਵੀ ਅਜਿਹਾ ਸਰਵੇਖਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰਵਾਇਆ ਗਿਆ ਸੀ, ਜਿਸ ਦੇ ਵਿੱਚ 4 ਲੱਖ ਦੇ ਕਰੀਬ ਬ੍ਰਿਟਿਸ਼ ਕੋਲੰਬੀਅਨਸ ਨੇ ਭਾਗ ਲਿਆ ਸੀ। ਤੇ ਇਸ ਦੌਰਾਨ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਭਰੀ ਜਾ ਸਕਦੀ ਹੈ ਤੇ ਇਸ ਸਰਵੇਖਣ 'ਚ ਹਿੱਸਾ ਲਿਆ ਜਾ ਸਕਦਾ ਹੈ। ਇਸ ਸਰਵੇਖਣ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲੈਣਾ ਉਹਨਾਂ ਦੇ ਵਾਸਤੇ ਅਸੀਂ ਕਮੈਂਟ ਬਾਕਸ ਦੇ ਵਿੱਚ ਲਿੰਕ ਵੀ ਸਾਂਝਾ ਕਰ ਦੇਵਾਂਗੇ, ਜਿੱਥੇ ਜਾ ਕੇ ਤੁਸੀਂ ਉਸ ਸਰਵੇ ਨੂੰ ਦੇਖ ਸਕਦੇ ਹੋ ਤੇ ਉਸ ਦੇ ਵਿੱਚ ਹਿੱਸਾ ਲੈ ਸਕਦੇ ਹੋ। ਤੇ ਇਸ ਨਾਲ ਹੀ ਬ੍ਰਿਟਿਸ਼ ਕੋਲੰਬੀਆ ਡਿਸੀਜ਼ ਕੰਟਰੋਲ ਸੈਂਟਰ ਦੀ ਵੈਬਸਾਈਟ ਹੈ, ਉੱਥੇ ਇਹ ਸਰਵੇ ਮੌਜੂਦ ਵੀ ਹੈ, ਜਿੱਥੇ ਤੁਸੀਂ ਆਪ ਵੀ ਜਾ ਸਕਦੇ ਹੋ। ਤੇ ਇਸ ਦੇ ਬਾਰੇ ਇਹ ਵੀ ਹੈ ਕਿ 9 ਮਈ ਨੂੰ ਇਹ ਸਰਵੇਖਣ ਬੰਦ ਵੀ ਹੋ ਜਾਵੇਗਾ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਡਰਾਅ ਕੱਢਿਆ ਹੈ। ਟੈਕ ਪਾਇਲਟ ਪ੍ਰੋਗਰਾਮ ਦੇ ਅਧੀਨ ਇਹ ਡਰਾਅ ਕੱਢਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਇੱਕ ਟੈਕ ਪਾਇਲਟ ਪ੍ਰੋਗਰਾਮ ਦੇ ਅਧੀਨ ਡਰਾਅ ਕੱਢਿਆ ਹੈ। ਮਈ 4 ਨੂੰ ਨਿਕਲੇ ਇਸ ਡਰਾਅ ਦੇ ਵਿੱਚ 84 ਜਣਿਆਂ ਨੂੰ ਇਨਵੀਟੇਸ਼ਨ ਗਏ ਨੇ। ਅੱਗੇ ਪੀਆਰ ਦੀ ਪ੍ਰਕਿਰਿਆ ਉਹਨਾਂ ਦੀ ਸ਼ੁਰੂ ਹੋਵੇਗੀ। ਇਸ ਦੌਰਾਨ ਪੀਐਨਪੀ ਦੇ ਤਹਿਤ ਇਨਵੀਟੇਸ਼ਨ ਗਏ ਨੇ, ਜੋ ਕਿ ਐਕਸਪ੍ਰੈਸ ਐਂਟਰੀ ਬੀਸੀ ਤੇ ਸਕਿੱਲਸ ਇਮੀਗ੍ਰੇਸ਼ਨ ਕੈਟਾਗਰੀਜ਼ ਦੇ ਅਧੀਨ ਆਉਂਦੇ ਨੇ। ਤੇ ਇਸ ਦੇ ਵਿੱਚ ਜੋ ਟੈਕ ਵਰਕਰ ਨੇ ਉਹਨਾਂ ਦੇ ਵਾਸਤੇ ਇਹ ਟੈਕ ਪਾਇਲਟ ਪ੍ਰੋਗਰਾਮ ਬਣਾਇਆ ਗਿਆ ਸੀ, ਜਿਸ ਦੇ ਵਿੱਚ ਇਹ ਡਰਾਅ ਕੱਢਿਆ ਗਿਆ ਹੈ। ਤੇ ਇਸ ਦੌਰਾਨ ਇਸ ਪ੍ਰੋਗਰਾਮ ਦੇ ਤਹਿਤ ਜੋ ਇਹ ਤਾਜ਼ਾ ਡਰਾਅ ਨਿਕਲਿਆ ਉਸ ਦੇ ਵਿੱਚ ਘੱਟੋ ਘੱਟ ਸਕੋਰ 80 ਤੱਕ ਗਿਆ। ਹੁਣ ਤੱਕ ਸਾਲ 2021 ਵਿੱਚ ਸੂਬਾ 3977 ਕੈਂਡੀਡੇਟਸ ਨੂੰ ਪੀਐਨਪੀ ਦੇ ਵਾਸਤੇ ਇਨਵੀਟੇਸ਼ਨ ਭੇਜ ਚੁੱਕਿਆ ਹੈ। ਜਿਨ੍ਹਾਂ ਨੂੰ ਇਨਵੀਟੇਸ਼ਨ ਗਏ ਨੇ ਉਹਨਾਂ ਦੇ ਕੋਲ ਹੁਣ 30 ਦਿਨ ਦੇ ਕਰੀਬ ਦਾ ਸਮਾਂ ਹੋਵੇਗਾ ਜਦੋਂ ਉਹਨਾਂ ਨੇ ਆਪਣੀ ਫਾਈਲ ਜਮ੍ਹਾਂ ਕਰਵਾਉਣੀ ਹੈ। ਤੇ ਜਿਵੇਂ ਹੀ ਪੀਐਨਪੀ ਦੇ ਵਾਸਤੇ ਜਿਨ੍ਹਾਂ ਨੂੰ ਇਨਵੀਟੇਸ਼ਨ ਗਏ ਨੇ ਉਹਨਾਂ ਦੀ ਪੀਐਨਪੀ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ 600 ਪੁਆਇੰਟ ਮਿਲ ਜਾਣਗੇ, ਜਿਸ ਤੋਂ ਬਾਅਦ ਫੈਡਰਲ ਦੇ ਵਿੱਚ ਜੋ ਐਕਸਪ੍ਰੈਸ ਐਂਟਰੀ ਦੇ ਤਹਿਤ ਪੀਆਰ ਦੇ ਵਾਸਤੇ ਉਹ ਫਾਈਲ ਲਗਾ ਸਕਦੇ ਨੇ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਜਿਵੇਂ ਕਿ ਸਾਲ 2020 ਦੇ ਵਿੱਚ ਬਹੁਤ ਸਾਰੀਆਂ ਘੁੰਮਣ ਵਾਲੀਆਂ ਅਜਿਹੀਆਂ ਥਾਵਾਂ ਨੇ ਕੈਨੇਡਾ ਵਿੱਚ ਜਿੱਥੇ ਕਿ ਪਾਰਕਿੰਗ ਮੁਫਤ ਕਰ ਦਿੱਤੀ ਗਈ ਸੀ, ਕਿਉਂਕਿ ਸੈਲਾਨੀਆਂ ਦਾ ਆਉਣਾ ਘੱਟ ਹੋ ਗਿਆ ਸੀ ਤੇ ਲੋਕਾਂ ਨੂੰ ਮੁੜ ਤੋਂ ਆਕਰਸ਼ਿਤ ਕਰਨ ਦੇ ਵਾਸਤੇ ਕਿ ਉਹਨਾਂ ਥਾਵਾਂ ਦੇ ਉੱਤੇ ਆਉਣ, ਉੱਥੇ ਪਾਰਕਿੰਗ ਹੈ ਜੋ ਮੁਫਤ ਕਰ ਦਿੱਤੀ ਗਈ ਸੀ। ਤਾਂ ਕੁਝ ਅਜਿਹਾ ਹੀ ਗ੍ਰੈਂਡਵਿਲ ਆਈਲੈਂਡ ਦੇ ਉੱਤੇ ਵੀ ਕੀਤਾ ਗਿਆ, ਜਿਸ ਨੂੰ ਲੈ ਕੇ ਹੁਣ ਮਈ ਤੋਂ ਉੱਥੇ ਪਾਰਕਿੰਗ ਮੁੜ ਤੋਂ ਫੀਸ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ।
ਤਾਂ ਇਸ ਦੇ ਬਾਰੇ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤੇ ਲੋਕ ਆਪਣੇ ਅਨੁਭਵ ਤੋਂ ਵੀ ਦੱਸ ਰਹੇ ਨੇ ਕਿ ਜਿਨ੍ਹਾਂ ਨੇ ਵੀ ਹੁਣ ਗ੍ਰੈਂਡਵਿਲ ਆਈਲੈਂਡ ਦੇ ਉੱਤੇ ਜਾਣਾ ਹੈ, ਉੱਥੇ ਜਿਹੜੀਆਂ ਕਿ ਪਾਰਕਿੰਗ ਦੀ ਫੀਸ ਭਰਨ ਦੇ ਵਾਸਤੇ ਮਸ਼ੀਨਾਂ ਲੱਗੀਆਂ ਹੋਈਆਂ ਨੇ, ਉਹ ਇਸ ਸਮੇਂ ਚਾਲੂ ਨੇ ਤਾਂ ਤੁਹਾਨੂੰ ਪਾਰਕਿੰਗ ਫੀਸ ਦੇਣੀ ਪਵੇਗੀ, ਜੋ ਕਿ ਕਰੀਬ 1 ਸਾਲ ਤੋਂ ਬੰਦ ਸੀ। ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਉਸ ਪਾਰਕਿੰਗ ਫੀਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਨਾਲ ਹੀ ਅੱਗੇ ਇੱਕ ਜਾਣਕਾਰੀ ਹੈ ਕਿ ਮਰਦਮਸ਼ੁਮਾਰੀ ਜਿਵੇਂ ਕਿ ਇਸ ਸਮੇਂ ਕੈਨੇਡਾ ਭਰ ਵਿੱਚ ਕਰਵਾਈ ਜਾ ਰਹੀ ਹੈ, ਸਾਲ 2021 ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਨੇ ਕਿ ਭਾਈਚਾਰਿਆਂ ਦੇ ਬਾਰੇ ਤੇ ਕੈਨੇਡਾ ਵਾਸੀਆਂ ਦੇ ਬਾਰੇ, ਤੇ ਇਸੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਹਿਲਾਂ ਤੁਹਾਨੂੰ ਇੱਕ ਵੀਡੀਓ ਵੀ ਦਿਖਾਈ ਹੈ ਜਿਸ ਦੇ ਵਿੱਚ ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿੰਨਾ ਹੋ ਸਕਦਾ ਤੁਸੀਂ ਪੰਜਾਬੀ ਭਾਸ਼ਾ ਦਾ ਉਸ ਦੇ ਵਿੱਚ ਜ਼ਰੂਰ ਜ਼ਿਕਰ ਕਰੋ, ਜਿਵੇਂ ਤੁਸੀਂ ਪੰਜਾਬੀ ਬੋਲਦੇ ਹੋ, ਤਾਂ ਕਿ ਜਿੰਨੇ ਵੀ ਪੰਜਾਬੀ ਨੇ ਕੈਨੇਡਾ ਭਰ ਵਿੱਚ ਉਹਨਾਂ ਦੀ ਗਿਣਤੀ ਹੈ ਜੋ ਉਹ ਤਕਰੀਬਨ ਸਹੀ ਹੈ, ਜੋ ਉਹ ਆ ਸਕੇ, ਇਸ ਸੈਂਸਸ ਦੇ ਵਿੱਚ ਹਿੱਸਾ ਲੈ ਸਕਦੇ ਹੋ। ਤੇ ਇਸ ਦੇ ਵਾਸਤੇ ਜੇਕਰ ਤੁਸੀਂ ਇਸ ਵਿੱਚ ਹਿੱਸਾ ਲੈਣਾ ਕੈਨੇਡਾ ਵਾਸੀ ਹੋ ਤੇ ਤੁਹਾਨੂੰ ਇਸ ਦੇ ਬਾਰੇ ਹਜੇ ਤੱਕ ਜਾਣਕਾਰੀ ਨਹੀਂ ਹੈ, ਤਾਂ ਉਹਨਾਂ ਦੀ ਵੈਬਸਾਈਟ ਦਾ ਲਿੰਕ ਵੀ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਰਹੇ ਹਾਂ, ਉਹ ਤੁਸੀਂ ਦੇਖ ਸਕਦੇ ਹੋ। ਤੇ ਨਾਲ ਹੀ ਤੁਹਾਨੂੰ ਹੁਣ ਜਾਣਕਾਰੀ ਸੁਣਾਵਾਂਗੇ ਜੋ ਬਲਵੰਤ ਸਿੰਘ ਸੰਘੇੜਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਕਿਸ ਤਰ੍ਹਾਂ ਹਿੱਸਾ ਲਿਆ ਜਾਣਾ ਹੈ, ਕਿਸ ਤਰ੍ਹਾਂ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਦਾ ਜ਼ਿਕਰ ਕਰ ਸਕਦੇ ਹੋ, ਉਹ ਪੂਰੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ। ਇਸ ਮਰਦਮਸ਼ੁਮਾਰੀ ਲਈ 2 ਫਾਰਮ ਹਨ। ਇੱਕ ਸ਼ਾਰਟ ਫਾਰਮ ਹੈ, ਛੋਟਾ ਫਾਰਮ, ਜਿਹੜਾ ਕਿ ਤਕਰੀਬਨ 75% ਲੋਕਾਂ ਤੱਕ ਪਹੁੰਚਾਇਆ ਜਾਏਗਾ, ਅਤੇ ਦੂਸਰਾ ਫਾਰਮ ਹੈ ਲੌਂਗ ਫਾਰਮ, ਲੰਬਾ ਫਾਰਮ, ਜਿਹੜਾ ਤਕਰੀਬਨ 25% ਲੋਕਾਂ ਲਈ ਜਾਏਗਾ। ਇਹ ਫਾਰਮ ਭਰਨੇ ਬਹੁਤ ਜ਼ਰੂਰੀ ਹਨ, ਮੈਂਡੇਟੋਰੀ ਹਨ। ਇਹਨਾਂ ਫਾਰਮਾਂ ਵਿੱਚ ਕਾਫੀ ਸਵਾਲ ਹਨ, ਛੋਟੇ ਫਾਰਮ ਵਿੱਚ ਵੀ ਤੇ ਲੰਮੇ ਫਾਰਮ ਵਿੱਚ ਵੀ। ਜ਼ੁਬਾਨ ਭਾਸ਼ਾ ਬਾਰੇ ਵੀ 3 ਸਵਾਲ ਹਨ। ਇੱਕ ਸਵਾਲ ਹੈ ਕਿ ਤੁਸੀਂ ਆਮ ਤੌਰ ਤੇ ਕਿਹੜੀ ਭਾਸ਼ਾ ਬੋਲਦੇ ਹੋ। ਉਸ ਵਿੱਚ ਮੈਂ ਅਪੀਲ ਕਰਦਾ ਆਪਣੇ ਜਿਹੜੇ ਪੰਜਾਬੀ ਪ੍ਰੇਮੀ ਆ ਕਿ ਤੁਸੀਂ ਜ਼ਰੂਰ ਪੰਜਾਬੀ ਲਿਖਣੀ। ਇੱਕ ਸਵਾਲ ਹੈ ਕਿ ਇੰਗਲਿਸ਼, ਫਰੈਂਚ ਤੇ ਜਿਹੜੀ ਅਦਰ ਵਿੱਚ ਤੁਸੀਂ ਉੱਥੇ ਪੰਜਾਬੀ ਲਿਖਣੀ। ਇਸੇ ਤਰ੍ਹਾਂ ਦੂਸਰਾ ਸਵਾਲ ਹੈ ਤੁਸੀਂ ਘਰ ਵਿੱਚ ਕਿਹੜੀ ਭਾਸ਼ਾ ਜ਼ਿਆਦਾ ਬੋਲਦੇ ਹੋ, ਉਹ ਵੀ ਇਸੇ ਤਰ੍ਹਾਂ ਹੈ, ਇੰਗਲਿਸ਼, ਫਰੈਂਚ ਔਰ ਅਦਰ, ਉਹਦੇ ਵਿੱਚ ਵੀ ਤੁਸੀਂ ਜ਼ਰੂਰ ਪੰਜਾਬੀ ਲਿਖਣੀ। ਤੇ ਤੀਸਰਾ ਸਵਾਲ ਹੈ ਤੁਸੀਂ ਕਿਹੜੀ ਭਾਸ਼ਾ ਆਪਣੇ ਬਚਪਨ ਵਿੱਚ ਸਿੱਖੀ ਅਤੇ ਹੁਣ ਵੀ ਬੋਲਦੇ ਹੋ। ਇਹ ਵੀ 3 ਆਪਸ਼ਨ ਹਨ, ਇੰਗਲਿਸ਼, ਪੰਜਾਬੀ ਅਤੇ ਅਦਰ। ਸੋ ਉਸ ਵਿੱਚ ਵੀ ਤੁਸੀਂ ਪੰਜਾਬੀ ਜ਼ਰੂਰ ਲਿਖਣੀ। ਪੰਜਾਬੀ ਪ੍ਰੇਮੀਆਂ ਅਤੇ ਸ਼ੁਭ ਚਿੰਤਕਾਂ ਲਈ ਪਲੀ ਵੱਲੋਂ ਅਪੀਲ ਹੈ ਕਿ ਇਹ ਫਾਰਮ ਜ਼ਰੂਰ ਭਰੋ ਅਤੇ ਇਹਨਾਂ ਭਾਸ਼ਾ ਵਾਲੇ ਖਾਨਿਆਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਮਾਣ ਦਿਓ। 2016 ਦੀ ਮਰਦਮਸ਼ੁਮਾਰੀ ਵਿੱਚ 5,68,375 ਪੰਜਾਬੀ ਸੀ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਫਾਰਮ ਵਿੱਚ ਲਿਖੀ, ਲੇਕਿਨ ਸਾਡੇ ਖਿਆਲ ਵਿੱਚ ਕਿ ਇਸ ਵੇਲੇ ਘੱਟੋ ਘੱਟ 1 ਮਿਲੀਅਨ ਦੇ ਕਰੀਬ, 10 ਲੱਖ ਦੇ ਕਰੀਬ ਪੰਜਾਬੀ ਕੈਨੇਡਾ ਵਿੱਚ ਵਸਦੇ ਹਨ। ਸੋ ਉਮੀਦ ਹੈ ਕਿ ਸਾਰੇ ਭੈਣ ਭਰਾ ਬੱਚੇ ਇਸ ਵਾਰ ਫਾਰਮ ਭਰਨਗੇ ਅਤੇ ਮਾਂ ਬੋਲੀ ਪੰਜਾਬੀ ਜ਼ਰੂਰ ਇਹਨਾਂ ਕਾਲਮਾਂ ਵਿੱਚ ਲਿਖਣਗੇ। ਇਸ ਨਾਲ ਹੀ ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਿੰਸ ਆਫ ਵੇਲਸ ਦੇ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਕਿਹੜੀਆਂ ਗੱਲਾਂ ਕੀਤੀਆਂ ਤੇ ਕੀ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਉਹ ਤੁਹਾਨੂੰ ਦੱਸਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪ੍ਰਿੰਸ ਆਫ ਵੇਲਸ ਯਾਨੀ ਕਿ ਪ੍ਰਿੰਸ ਚਾਰਲਸ ਦੇ ਨਾਲ ਗੱਲਬਾਤ ਕੀਤੀ, ਜੋ ਕਿ ਪ੍ਰਿੰਸ ਫਿਲਿਪ ਦੇ ਪੁੱਤਰ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡਿਊਕ ਆਫ ਐਡਿਨਬਰਗ ਦੇ ਚਲੇ ਜਾਣ ਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ, ਜਿਨ੍ਹਾਂ ਨੇ ਇਸ ਮੌਕੇ ਪ੍ਰਿੰਸ ਆਫ ਵੇਲਸ ਨਾਲ ਗੱਲਬਾਤ ਕਰਦੇ ਹੋਏ ਇਸ ਸਮੇਂ ਕੋਵਿਡ-19 ਦੇ ਮਹਾਮਾਰੀ ਦੇ ਕਰਕੇ ਕੈਨੇਡਾ ਤੇ ਦੁਨੀਆ ਭਰ ਦੇ ਵਿੱਚ ਕੀ ਮਾਹੌਲ ਬਣਿਆ ਹੋਇਆ ਹੈ ਉਸ ਦੇ ਬਾਰੇ ਗੱਲਬਾਤ ਕੀਤੀ ਤੇ ਨਾਲ ਹੀ ਕਾਮਨਵੈਲਥ ਦੇਸ਼ ਨੇ ਜਿਹੜੇ ਉਹਨਾਂ ਦੇ ਵਿਚਲੇ ਹਾਲਾਤ ਦੇ ਬਾਰੇ ਚਰਚਾ ਕੀਤੀ, ਜਿਸ ਦੇ ਵਿੱਚ ਲੋੜਵੰਦਾਂ ਦੀ ਕੌਮਾਂਤਰੀ ਪੱਧਰ ਦੇ ਉੱਤੇ ਕਿਸ ਤਰ੍ਹਾਂ ਮਦਦ ਕਰਨੀ ਇਸ ਸਮੇਂ ਮਹੱਤਤਾ ਰੱਖਦੀ ਹੈ, ਇਸ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ। ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਤੋਂ ਦੱਸਿਆ ਗਿਆ ਕਿ ਇਸ ਦੌਰਾਨ ਪ੍ਰਿੰਸ ਆਫ ਵੇਲਸ ਨੇ ਇਸ ਦੇ ਬਾਰੇ ਵੀ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਇਸ ਸਮੇਂ ਆਰਥਿਕਤਾ ਨੂੰ ਮੁੜ ਤੋਂ ਲੀਹ ਤੇ ਲਿਆਉਣ ਦੇ ਵਾਸਤੇ ਇਸ ਦੌਰਾਨ ਵਾਤਾਵਰਣ ਦਾ ਵੀ ਧਿਆਨ ਨਾਲ ਰੱਖਣ ਦੀ ਲੋੜ ਹੈ, ਜਿਸ ਮੌਕੇ ਪ੍ਰਿੰਸ ਆਫ ਵੇਲਸ ਦੇ ਵੱਲੋਂ ਕੈਨੇਡਾ ਵਾਸੀਆਂ ਦੇ ਵਾਸਤੇ ਇਸ ਚੁਣੌਤੀ ਭਰੇ ਸਮੇਂ ਦੇ ਵਿੱਚੋਂ ਲੰਘਣ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਅੱਗੇ ਹੈ ਕਿ ਜਿਵੇਂ ਤੁਹਾਨੂੰ ਪਹਿਲਾਂ ਅਸੀਂ ਦਿਖਾਇਆ ਸੀ ਕਿ
ਪ੍ਰਦਰਸ਼ਨਕਾਰੀ ਲਗਾਤਾਰ ਸਿਹਤ ਸੰਬੰਧੀ ਹਦਾਇਤਾਂ ਦਾ ਵਿਰੋਧ ਕਰਦੇ ਨੇ। ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤੇ ਗਏ ਸੀ। ਮੌਂਟਰੀਅਲ ਵਿੱਚ ਤਾਂ ਇਹਨਾਂ ਪ੍ਰਦਰਸ਼ਨਾਂ ਦੇ ਦੌਰਾਨ ਇੰਨੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਜੋ ਕਿ ਇੱਕ ਵੈਕਸੀਨ ਜਿੱਥੇ ਟੀਕੇ ਲੱਗ ਰਹੇ ਸਨ ਕੋਵਿਡ-19 ਦੇ ਉਸ ਸਾਈਟ ਦੇ ਉੱਤੇ ਪਹੁੰਚ ਗਏ ਤੇ ਉਸ ਸਮੇਂ ਉਸ ਪ੍ਰਕਿਰਿਆ ਨੂੰ ਰੋਕਣਾ ਪਿਆ, ਜਿਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਾਨਫਰੰਸ ਦੀ ਸ਼ੁਰੂਆਤ ਦੇ ਵਿੱਚ ਹੀ ਟਿੱਪਣੀ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਖਾਸ ਤੌਰ ਦੇ ਉੱਤੇ ਉਹਨਾਂ ਦੇ ਵਾਸਤੇ ਸੰਦੇਸ਼ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਸਿਹਤ ਹਦਾਇਤਾਂ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਇਸ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ, ਜਿਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਅਜੇ ਵੀ ਕੁਝ ਲੋਕ ਵੱਡੇ ਇਕੱਠ ਕਰ ਰਹੇ ਨੇ ਜਾਂ ਸਿਹਤ ਹਦਾਇਤਾਂ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਇਕੱਠੇ ਹੋ ਰਹੇ ਨੇ ਤੇ ਟੀਕਿਆਂ ਦੀ ਚੱਲ ਰਹੀ ਪ੍ਰਕਿਰਿਆ ਦੇ ਵਿੱਚ ਵਿਘਨ ਪਾ ਰਹੇ ਨੇ। ਜਸਟਿਨ ਟਰੂਡੋ ਨੇ ਕਿਹਾ ਕਿ ਗੱਲ ਇਹ ਹੈ ਕਿ ਉਹ ਲੋਕ ਜੋ ਸਿਹਤ ਸੰਬੰਧੀ ਹਦਾਇਤਾਂ ਨੂੰ ਮੰਨ ਰਹੇ ਨੇ ਉਹ ਇਸ ਲਈ ਨਹੀਂ ਹੈ ਕਿ ਉਹ ਛੇਤੀ ਦੇ ਨਾਲ ਆਮ ਵਰਗੀ ਜ਼ਿੰਦਗੀ ਚਾਹੁੰਦੇ ਨੇ, ਉਹ ਇਸ ਲਈ ਅਜਿਹਾ ਕਰ ਰਹੇ ਨੇ ਕਿਉਂਕਿ ਉਹ ਆਪਣੇ ਆਲੇ ਦੁਆਲੇ ਮੌਜੂਦ ਤੇ ਸਿਹਤ ਕਾਮਿਆਂ ਦੀ ਪਰਵਾਹ ਕਰਦੇ ਨੇ। ਇਸੇ ਲਈ ਇਹ ਵੀ ਹੈ ਕਿ ਕਿਉਂਕਿ ਉਹ ਜਾਣਦੇ ਨੇ ਕਿ ਕਈ ਲੋਕ ਲੋੜਵੰਦ ਨੇ ਜਿਨ੍ਹਾਂ ਨੂੰ ਇਹ ਵਾਇਰਸ ਮੌਤ ਦੇ ਮੂੰਹ ਦੇ ਵਿੱਚ ਲਿਜਾ ਸਕਦਾ ਹੈ ਤੇ ਉਹਨਾਂ ਦੀ ਸੁਰੱਖਿਆ ਦੇ ਲਈ ਉਹ ਸਿਹਤ ਹਦਾਇਤਾਂ ਦੀ ਪਾਲਣਾ ਕਰਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਪ੍ਰਦਰਸ਼ਨ ਇਸ ਲਈ ਕੀਤੇ ਜਾ ਰਹੇ ਨੇ ਕਿ ਆਮ ਵਰਗੀ ਜ਼ਿੰਦਗੀ ਹੋ ਜਾਵੇ, ਪਰ ਪ੍ਰਦਰਸ਼ਨ ਕਰਨ ਦੇ ਨਾਲ ਹੁੰਦਾ ਇਸ ਦੇ ਬਿਲਕੁਲ ਉਲਟਾ ਹੈ, ਜਿਸ ਦੇ ਨਾਲ ਲੋਕਡਾਊਨ ਵੀ ਲੱਗਦੇ ਨੇ, ਜਿਸ ਦੇ ਲਈ ਸਾਰੇ ਸਿਹਤ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਹਦਾਇਤਾਂ ਦੀ ਪਾਲਣਾ ਉਹਨਾਂ ਦੇ ਵਾਸਤੇ ਜਾਂ ਫਿਰ ਕਿਸੇ ਰਾਜਨੀਤਿਕ ਆਗੂ ਦੇ ਵਾਸਤੇ ਨਹੀਂ, ਸਗੋਂ ਉਸ ਦੇ ਲਈ ਕੀਤੀ ਜਾਵੇ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਖਾਸ ਹੋਵੇ, ਜਿਸ ਦੀ ਤੁਸੀਂ ਪਰਵਾਹ ਕਰਦੇ ਹੋ। ਪਾਲਣਾ ਇਸ ਲਈ ਵੀ ਕੀਤੀ ਜਾਵੇ ਕਿਉਂ ਜੋ ਤੁਸੀਂ ਆਪਣੇ ਨਾਲ ਵਾਲੇ ਕੈਨੇਡਾ ਵਾਸੀਆਂ ਦੀ ਇੱਜ਼ਤ ਕਰਦੇ ਹੋ, ਉਹਨਾਂ ਦੇ ਲਈ ਜੋ ਲੱਖਾਂ ਲੋਕ ਪਹਿਲਾਂ ਹੀ ਅਜਿਹਾ ਕਰ ਵੀ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਇਹ ਗੱਲਾਂ ਕਹੀਆਂ ਗਈਆਂ। ਦਰਅਸਲ ਮੌਂਟਰੀਅਲ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਸੀ ਜਿੱਥੇ ਟੀਕੇ ਇੱਕ ਥਾਂ ਦੇ ਉੱਤੇ ਸਟੇਡੀਅਮ ਵਿੱਚ ਲੱਗ ਰਹੇ ਸਨ, ਉਸ ਪ੍ਰਕਿਰਿਆ ਨੂੰ ਵੀ ਰੋਕਣਾ ਪਿਆ। ਤਾਂ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਐਂਟੀ ਮਾਸਕ ਪ੍ਰੋਟੈਸਟ ਹੋ ਰਹੇ ਨੇ, ਸਿਹਤ ਹਦਾਇਤਾਂ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ, ਜੋ ਲੋਕਡਾਊਨ ਵੀ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ, ਜਿਸ ਦੇ ਵਿੱਚ ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਇਕੱਠ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਂਦਾ ਹੈ, ਜਿਨ੍ਹਾਂ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਇਹ ਗੱਲਾਂ ਕਹੀਆਂ ਗਈਆਂ। Unfortunately, some people are still choosing to join large gatherings or even go out of their way to protest public health measures and disrupt vaccine appointments. But here's the thing. The reason so many Canadians are following public health measures isn't just because they want things to get back to normal. It's because they care about their neighbours and about our frontline workers. It's because they know people who are vulnerable, people who could die if this virus keeps spreading. These protests are supposed to be about getting back to normal, but by spreading the virus, they do just the opposite and prolong lockdowns. So follow public health advice, but don't do it for me or for any politician. Do it for someone in your life that you care about. Do it because you respect your fellow Canadians. To the millions of people who are already doing this and who are stepping up to look out for those around you, thank you. As you do your part, know that we have your back. ਅੱਗੇ ਜਾਣਕਾਰੀ ਉਹਨਾਂ ਦੇ ਵਾਸਤੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਜਾਰੀ ਕੀਤੇ ਜਾ ਰਹੇ ਪ੍ਰੋਗਰਾਮਸ ਦੇ ਵਿੱਚ ਆਪਣੀ ਫਾਈਲ ਲਗਾਉਣੀ ਹੈ। 90,000 ਵਿਅਕਤੀ ਜਿਹੜੇ ਪੱਕੇ ਕੀਤੇ ਜਾਣੇ ਨੇ, ਉਸ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਨੇ ਸਮਾਂ ਐਲਾਨ ਦਿੱਤਾ ਹੈ ਕਿ ਆਖਿਰ ਕਿੰਨੇ ਵਜੇ ਜਿਹੜੀਆਂ ਇਹਨਾਂ ਫਾਈਲਾਂ ਨੂੰ ਲਾਉਣ ਵਾਸਤੇ ਫਾਰਮ ਨੇ, ਐਪਲੀਕੇਸ਼ਨਸ ਨੇ ਜਿਹੜੀਆਂ ਉਹ ਖੁੱਲ੍ਹ ਜਾਣਗੀਆਂ। ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦੇ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਜੋ 90,000 ਵਿਅਕਤੀਆਂ ਨੂੰ ਪੱਕੇ ਕਰਨ ਦੇ ਵਾਸਤੇ ਪ੍ਰੋਗਰਾਮ ਨੇ ਉਹ ਮਈ 6 ਨੂੰ ਯਾਨੀ ਕਿ ਦਿਨ ਵੀਰਵਾਰ ਨੂੰ ਦੁਪਹਿਰ ਦੇ 12 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਇੱਕ ਐਪਲੀਕੇਸ਼ਨ ਗਾਈਡ ਵੀ ਇੱਕ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਜਾਰੀ ਕੀਤੀ ਜਾਵੇਗੀ ਜੋ ਕਿ ਬੁੱਧਵਾਰ ਨੂੰ ਯਾਨੀ ਕਿ ਮਈ 5 ਨੂੰ ਦੁਪਹਿਰ ਦੇ 12 ਵਜੇ EST ਦੇ ਸਮੇਂ ਮੁਤਾਬਕ ਜਾਰੀ ਕੀਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਕੈਨੇਡੀਅਨ ਬਾਰ ਐਸੋਸੀਏਸ਼ਨ, ਇਮੀਗ੍ਰੇਸ਼ਨ ਲਾਅ ਸੈਕਸ਼ਨ ਤੇ ਹੋਰ ਐਸੋਸੀਏਸ਼ਨਸ ਦੇ ਨਾਲ ਇੱਕ ਬੈਠਕ ਕੀਤੇ ਜਾਣ ਦੇ ਦੌਰਾਨ ਜਾਰੀ ਕੀਤੀ ਗਈ, ਜਿਸ ਦੇ ਵਿੱਚ ਜਦੋਂ ਇਸ ਬਾਰੇ ਉਹਨਾਂ ਨੇ ਜਾਣਕਾਰੀ ਜਾਰੀ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੇ ਬਾਰੇ ਇੱਕ ਐਪਲੀਕੇਸ਼ਨ ਗਾਈਡ ਵੀ ਜਾਰੀ ਕੀਤੀ ਜਾ ਰਹੀ ਹੈ ਜੋ ਕਿ 5 ਮਈ ਨੂੰ ਕੀਤੀ ਜਾਵੇਗੀ। ਇਸ ਦੌਰਾਨ ਜੋ ਸਿਹਤ ਕਾਮੇ ਨੇ ਕੈਨੇਡਾ ਵਿੱਚ ਵਰਕ ਪਰਮਿਟ ਦੇ ਉੱਤੇ ਨੇ ਉਸ ਦੇ ਵਿੱਚ 20,000 ਨੂੰ ਪੱਕੇ ਕੀਤਾ ਜਾਵੇਗਾ। ਜਿਹੜੇ ਕਿ ਜ਼ਰੂਰੀ ਕਾਮੇ ਨੇ ਵਰਕ ਪਰਮਿਟ ਦੇ ਉੱਤੇ ਨੇ 30,000 ਉਹਨਾਂ ਨੂੰ ਪੱਕੇ ਕੀਤਾ ਜਾਵੇਗਾ ਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੇ 40,000 ਉਹਨਾਂ ਨੂੰ ਪੱਕੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿਹੜੇ
ਵਰਕ ਪਰਮਿਟ ਦੇ ਉੱਤੇ ਨੇ ਜਾਂ ਫਿਰ ਇੰਟਰਨੈਸ਼ਨਲ ਗ੍ਰੈਜੂਏਟ ਨੇ ਤੇ ਫ੍ਰੈਂਚ ਵੀ ਬੋਲ ਲੈਂਦੇ ਨੇ, ਉਸ ਦੇ ਵਿੱਚ ਕੋਈ ਵੀ ਸੀਮਾ ਨਹੀਂ ਰੱਖੀ ਗਈ। ਉਸ ਦੇ ਵਿੱਚ ਜਿੰਨਿਆਂ ਦੇ ਵੱਲੋਂ ਵੀ ਫਾਈਲ ਲਗਾਈ ਜਾਵੇਗੀ ਸਾਰਿਆਂ ਨੂੰ ਪੱਕਾ ਕੀਤਾ ਜਾਵੇਗਾ। ਇਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਨ੍ਹਾਂ ਪ੍ਰੋਗਰਾਮਸ ਨੂੰ ਖੋਲ੍ਹਣ ਦੇ ਬਾਰੇ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਜਿਵੇਂ ਹੀ ਇਹ ਤਰੀਕ ਨੇੜੇ ਆ ਰਹੀ ਹੈ ਤਾਂ ਇਸ ਦੇ ਬਾਰੇ ਕਈ ਸਵਾਲ ਵੀ ਲੋਕਾਂ ਵੱਲੋਂ ਲਗਾਤਾਰ ਪੁੱਛੇ ਜਾ ਰਹੇ ਸਨ ਤੇ ਇਸ ਦੇ ਬਾਰੇ ਹੁਣ ਜਾਣਕਾਰੀ ਵੀ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੀ ਜਾ ਰਹੀ ਹੈ। ਤਾਂ ਉਧਰ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਵੱਲੋਂ ਵੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਜਾਵੇਗਾ ਤੇ ਮੀਡੀਆ ਤੋਂ ਕਈ ਸਵਾਲ ਵੀ ਲਏ ਜਾਣਗੇ ਜੋ ਕਿ 5 ਮਈ ਨੂੰ ਕਰਨਗੇ। 5 ਮਈ ਨੂੰ 3:45 ਦੇ ਉੱਤੇ ਈਸਟਰਨ ਟਾਈਮ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਵੱਲੋਂ ਕਾਨਫਰੰਸ ਕੀਤੀ ਜਾਵੇਗੀ, ਜਿਸ ਦੌਰਾਨ ਉਹਨਾਂ ਦੇ ਵੱਲੋਂ ਉਮੀਦ ਹੈ ਕਿ 90,000 ਦੇ ਨਾਲ ਸੰਬੰਧਿਤ ਜਿਹੜਾ ਇਹ ਪ੍ਰੋਗਰਾਮ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕਿਉਂਕਿ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਾਨਫਰੰਸ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਵੇਂ ਕਿ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਐਪਲੀਕੇਸ਼ਨ ਦੇ ਬਾਰੇ ਹੋਰ ਜਾਣਕਾਰੀ ਹੈ ਉਹ ਪਹਿਲਾਂ ਹੀ ਜਾਰੀ ਕਰ ਦਿੱਤੀ ਜਾਵੇਗੀ, ਜੋ ਕਿ ਮਈ 5 ਨੂੰ ਦੁਪਹਿਰ ਦੇ 12 ਵਜੇ ਕੀਤੀ ਜਾ ਰਹੀ ਹੈ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫਿਲਹਾਲ ਇਹੋ ਜਾਣਕਾਰੀ ਦਿੱਤੀ ਗਈ ਹੈ। ਜੇਕਰ ਇਸ ਦੇ ਉੱਤੇ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਇਸ ਤਰ੍ਹਾਂ ਲਈ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।